सत श्री अकाल जी सारिਆਂ ਨੂੰ ਕਿਵੇਂ ਹੋ ਸਾਰੇ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਦੋਸਤੋ ਮੇਰਾ ਨਾਮ ਹੈ ਵਿਕਰਮ ਸਿੰਘ ਤੇ ਅੱਜ ਦੀ ਕਲਾਸ ਵਿੱਚ ਆਪਾਂ ਮੈਥ ਦੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ। ਮੈਥ ਦੀ ਕਲਾਸ ਵਿੱਚ ਆਪਾਂ ਟਾਈਮ ਐਂਡ ਵਰਕ ਵਾਲਾ ਚੈਪਟਰ ਸ਼ੁਰੂ ਕੀਤਾ ਹੈ ਤੇ ਅੱਜ ਟਾਈਮ ਐਂਡ ਵਰਕ ਦੀ ਚੌਥੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ। ਇਸ ਕਲਾਸ ਵਿੱਚ ਆਪਾਂ 5 ਕੁਐਸਚਨ ਕਵਰ ਕਰਾਂਗੇ ਤੇ 5 ਕੁਐਸਚਨ ਬਹੁਤ ਹੀ ਇੰਪੋਰਟੈਂਟ ਤੇ ਮਹੱਤਵਪੂਰਨ ਕੁਐਸਚਨ ਹੋਣ ਵਾਲੇ ਹਨ। ਸੋ ਸਾਰਿਆਂ ਨੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਆਪਣੀ ਨੋਟਬੁੱਕ ਵਿੱਚ ਸਾਰੇ ਕੁਐਸਚਨਾਂ ਨੂੰ ਰਾਈਟ ਡਾਊਨ ਕਰਦੇ ਜਾਣਾ ਹੈ। ਅੱਜ ਆਪਾਂ ਟਾਈਮ ਐਂਡ ਵਰਕ ਦੀ ਇੱਕ ਨਵੀਂ ਟਾਈਪ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਅੱਜ ਦੀ ਜਿਹੜੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ, ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਕੰਪਲੀਟ ਜ਼ਰੂਰ ਵੇਖਣਾ ਹੈ। ਜੇਕਰ ਐਂਡ ਤੱਕ ਵੇਖੋਗੇ ਤਾਂ ਹੀ ਤੁਹਾਨੂੰ ਸਾਰੇ ਕੁਐਸਚਨਾਂ ਦੀ ਸਮਝ ਆਵੇਗੀ ਤੇ ਐਂਡ ਤੱਕ ਵੇਖੋਗੇ ਤਾਂ ਫਿਰ ਐਂਡ ਤੇ ਤੁਹਾਨੂੰ ਜੇਕਰ ਵੀਡੀਓ ਹੈਲਪਫੁਲ ਲੱਗੇ ਕਿ ਤੁਹਾਨੂੰ ਲੱਗੇ ਕਿ ਵੀਡੀਓ ਵਿੱਚ ਵਾਕਈ ਕੁਝ ਸਿੱਖਣ ਨੂੰ ਹੈਗਾ ਸੀ, ਫਿਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਹੀਂ ਕਿ ਤੁਹਾਡੀ ਮਰਜ਼ੀ ਹੈ ਤੇ ਵੀਡੀਓ ਲਾਈਕ ਕਰ ਦੇਣਾ, ਠੀਕ ਹੈ। ਤਾਂ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਅੱਜ ਦੀ ਤੁਹਾਨੂੰ ਪਤਾ ਤਾਂ ਲੱਗ ਹੀ ਜਾਵੇਗਾ ਟਾਈਮ ਐਂਡ ਵਰਕ ਦੀ ਜਿਹੜੀ ਆਪਾਂ ਚੌਥੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਹੁਣ ਆਪਾਂ ਸਿੱਧਾ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 1 ਵਿੱਚ ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਉਹਨਾਂ ਕੀ ਕਿਹਾ। ਤੁਸੀਂ ਬਸ ਵੀਡੀਓ ਨੂੰ ਧਿਆਨ ਨਾਲ ਦੇਖਦੇ ਜਾਣਾ ਤੇ ਜਿੱਥੇ ਤੁਹਾਨੂੰ ਸਮਝ ਨਾ ਲੱਗੇ ਉੱਥੇ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਦੇਣਾ, ਫਿਰ ਆਪਾਂ ਨੈਕਸਟ ਵੀਡੀਓ ਵਿੱਚ ਉਹ ਕੁਐਸਚਨ ਨੂੰ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਸਮਝ ਲਵਾਂਗੇ। ਤਾਂ ਹੁਣ ਆਪਾਂ ਕੀ ਪਹਿਲੇ ਕੁਐਸਚਨ ਵਿੱਚ ਉਹਨਾਂ ਆਪਾਂ ਨੂੰ ਕਿਹਾ ਹੈ A ਅਤੇ B ਇੱਕ ਕੰਮ ਨੂੰ 15 ਦਿਨ ਵਿੱਚ ਪੂਰਾ ਕਰ ਸਕਦੇ ਹਨ ਅਤੇ B ਉਸੇ ਕੰਮ ਨੂੰ 30 ਦਿਨਾਂ ਵਿੱਚ ਕਰ ਸਕਦਾ ਹੈ। ਜੇ B ਨੇ 6 ਦਿਨ ਕੰਮ ਕੀਤਾ ਤਾਂ ਬਾਕੀ ਕੰਮ ਇਹ ਕਿੰਨੇ ਦਿਨ ਵਿੱਚ ਪੂਰਾ ਕਰ ਲਏਗਾ। ਤਾਂ ਇਹ ਬਾਕੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰੇਗਾ। ਹੁਣ ਵੇਖੋ ਅੱਗੇ ਹੁੰਦਾ ਸੀ ਆਪਾਂ ਨੂੰ A ਤੇ B ਦਾ ਜਿਹੜਾ ਕੰਮ ਦਿੱਤਾ ਹੁੰਦਾ ਸੀ ਵੀ ਇੰਨੇ ਦਿਨਾਂ ਵਿੱਚ ਕਰ ਲੈਂਦੇ ਨੇ, ਜਦ B ਇੰਨੇ ਦਿਨਾਂ ਵਿੱਚ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਐਲਸੀਐਮ ਲੈਂਦੇ ਸੀ, ਫਿਰ ਉਹਨਾਂ ਦਾ ਦੋਨਾਂ ਦਾ ਕੰਮ ਪੁੱਛਦੇ ਸੀ ਕਿ ਦੋਨੋਂ ਜਿਹੜੇ ਇੱਕੋ ਦਿਨ ਵਿੱਚ ਕਿੰਨਾ ਕੰਮ ਕਰਨਗੇ, ਯਾਨੀ ਕਿ ਦੋਨੋਂ ਕੰਮ ਕਿੰਨੇ ਦਿਨਾਂ ਵਿੱਚ ਕੰਪਲੀਟ ਕਰ ਲੈਣਗੇ। ਉਹਨਾਂ ਨੇ ਕੀ ਕਿਹਾ, ਉਹਨਾਂ ਕਿਹਾ ਕਿ ਜਿਹੜਾ B ਹੈ B 6 ਦਿਨ ਕੰਮ ਕਰਕੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਬਾਕੀ ਬਚਿਆ ਕੰਮ ਇਹ ਕਿੰਨੇ ਦਿਨ ਵਿੱਚ ਪੂਰਾ ਕਰੇਗਾ। ਤਾਂ ਹੁਣ ਇਹ ਕੁਐਸਚਨ ਆਪਾਂ ਕਿਵੇਂ ਕਰਾਂਗੇ, ਪਹਿਲਾਂ ਜਿਵੇਂ ਉਹਨਾਂ ਕਿਹਾ ਗਿਆ ਉਵੇਂ ਪਹਿਲਾਂ ਆਪਾਂ ਲਿਖ ਲੈਂਦੇ ਹਾਂ। ਉਹਨਾਂ ਕਹੇ ਕਿ A ਤੇ B ਇੱਕ ਕੰਮ ਨੂੰ A plus B ਇੱਕ ਕੰਮ ਨੂੰ ਕਿੰਨੇ ਦਿਨਾਂ ਵਿੱਚ, ਇਹ 15 ਦਿਨਾਂ ਵਿੱਚ ਕਰ ਲੈਂਦੇ ਨੇ। B ਕੰਮ ਕਿੰਨੇ ਦਿਨਾਂ ਵਿੱਚ, 30 ਦਿਨਾਂ ਵਿੱਚ ਕਰ ਲੈਂਦਾ ਹੈ। ਹਾਂ 30 ਦਿਨਾਂ ਵਿੱਚ। ਇਸ ਤੋਂ ਬਾਅਦ ਆਪਾਂ ਕੀ ਇਹਨਾਂ ਦਾ ਐਲਸੀਐਮ ਲੈਂਦੇ ਸੀ, ਇਹਨਾਂ ਦਾ ਐਲਸੀਐਮ ਕਿੰਨਾ ਹੈ 30, ਠੀਕ ਹੈ। 15 ਦੂਣੀ 30, 30 ਏਕਮ 30। ਆ ਇਹਨਾਂ ਦੀ ਕੀ ਆ ਗਈ, ਇਹਨਾਂ ਦੀ ਸ਼ਮਤਾ ਆ ਗਈ, ਇਹਨਾਂ ਦਾ ਇੱਕ ਦਿਨ ਦਾ ਕੰਮ ਆ ਗਿਆ। A ਤੇ B ਦੋਵੇਂ ਇੱਕ ਦਿਨ ਵਿੱਚ 2 ਕੰਮ ਕਰਦੇ ਨੇ, B ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ ਹੈ, ਠੀਕ ਹੈ, ਇੱਕ ਹੀ ਕੰਮ ਕਰਦਾ ਹੈ। ਤਾਂ ਹੁਣ ਉਸ ਤੋਂ ਬਾਅਦ ਉਹਨਾਂ ਕੀ ਕਿਹਾ, ਉਹਨਾਂ ਕਿਹਾ ਕਿ B ਉਸੇ ਕੰਮ ਨੂੰ 30 ਦਿਨ ਵਿੱਚ ਇਹ ਤਾਂ ਕਰਦਾ, ਠੀਕ ਹੈ। ਜੇ B ਨੇ 6 ਦਿਨ ਕੰਮ ਕੀਤਾ, ਹੁਣ B ਨੇ 6 ਦਿਨ ਕੰਮ ਕੀਤਾ, 6 ਦਿਨ ਕੰਮ ਕਰਕੇ ਉਹ ਕੀ ਚਲਾ ਗਿਆ, ਠੀਕ ਹੈ। ਬਾਕੀ ਜਿਹੜਾ ਕੰਮ ਇਹ ਵਿਚਾਰਾ ਇਕੱਲਾ ਕਰੇਗਾ। ਹੁਣ ਪਹਿਲਾਂ B ਦੀ ਆਪਾਂ ਸ਼ਮਤਾ ਵੇਖਣਾ, B ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ, ਇੱਕ ਦਿਨ। B ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ ਹੈ ਤੇ ਇਹਨੇ ਕੀ ਕੀਤਾ, ਇਹਨੇ 6 ਦਿਨ ਕੰਮ ਕੀਤਾ। 6 ਦਿਨ ਕੰਮ ਕੀਤਾ, ਇੱਕ ਦਿਨ ਵਿੱਚ ਇੱਕ ਕੰਮ ਕਰਦਾ ਹੈ, ਇਹਨੂੰ ਇੱਕ ਨਾਲ ਗੁਣਾ ਕਰ ਦਾਂਗੇ, ਠੀਕ ਹੈ। ਕਿੰਨਾ ਆ ਜਾਏਗਾ 6, ਯਾਨੀ ਕਿ B 6 ਕੰਮ ਕਰਕੇ ਚਲਾ ਗਿਆ। ਹੁਣ ਆਪਣੇ ਕੋਲ ਕੁੱਲ ਕੰਮ ਕਿੰਨਾ, ਕੁੱਲ ਕੰਮ ਆਪਣੇ ਕੋਲ 30 ਹੈ, ਟੋਟਲ ਕੰਮ 30 ਹੈ। ਜੇਕਰ ਆਪਾਂ 30 ਵਿੱਚੋਂ 6 ਮਾਈਨਸ ਕਰ ਦੇਵਾਂਗੇ ਤਾਂ ਬਾਕੀ ਆਪਣੇ ਕੋਲ ਕਿੰਨਾ ਬਚੇਗਾ, 24, ਬਾਕੀ 24 ਬਚੇਗਾ। ਹੁਣ ਆ ਜਿਹੜਾ 24 ਕੰਮ ਹੈ ਇਹ ਕੀ ਹੈ, ਬਾਕੀ ਬਚਿਆ ਕੰਮ ਹੈ। ਇਹ ਬਾਕੀ ਬਚਿਆ ਕੰਮ ਹੈ, ਇਹ ਕੰਮ ਹੁਣ ਕੌਣ ਕਰੇਗਾ। ਕੁਐਸਚਨ ਵਿੱਚ ਆਪਾਂ ਨੂੰ ਇਹੋ ਤੋਂ ਨਾ ਪੁੱਛਿਆ, ਉਹਨਾਂ ਕਹੇ ਕਿ ਜਿਹੜਾ ਬਾਕੀ ਕੰਮ ਇਹ ਕਿੰਨੇ ਦਿਨਾਂ ਵਿੱਚ ਪੂਰਾ ਕਰੇਗਾ। ਹੁਣ A ਦੀ ਕੰਪੈਸਿਟੀ ਕਿੰਨੀ ਹੈ, ਯਾਨੀ ਕਿ A ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ। A ਤੇ B ਦੋਵੇਂ 2 ਕੰਮ ਕਰਦੇ ਨੇ, ਠੀਕ। ਇਹਦੇ ਵਿੱਚੋਂ ਆਪਾਂ B ਦਾ ਕੰਮ ਮਾਈਨਸ ਕਰ ਦੇਵਾਂਗੇ, ਇਹਦੇ ਵਿੱਚੋਂ B ਦਾ ਕੰਮ ਆਪਾਂ ਮਾਈਨਸ ਕਰ ਦੇਵਾਂਗੇ ਤਾਂ ਆਪਣੇ ਕੋਲ ਕੀ A ਦੀ ਸ਼ਮਤਾ ਆ ਜਾਏਗੀ। ਹੁਣ A ਤੇ B ਦੋਵੇਂ, ਠੀਕ ਹੈ। ਇਹਦੇ ਵਿੱਚ ਜਦੋਂ ਆਪਾਂ ਮਾਈਨਸ ਕਰਾਂਗੇ ਇਕੱਲੇ B ਦਾ ਕੰਮ, ਹੁਣ B ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ, ਇੱਕ ਕੰਮ ਕਰਦਾ। ਇਹਦੇ ਵਿੱਚ ਇੱਕ ਮਾਈਨਸ ਕਰਾਂਗੇ ਤਾਂ ਬਾਕੀ ਕਿੰਨਾ ਬਚੇਗਾ, 1। ਆ ਹੁਣ ਕਿਹਦਾ ਕੰਮ ਆ ਗਿਆ, ਆ A ਦਾ। A ਇੱਕ ਦਿਨ ਵਿੱਚ, A ਵੀ ਇੱਕ ਦਿਨ ਵਿੱਚ ਇੱਕ ਕੰਮ ਕਰਦਾ, B ਵੀ ਇੱਕ ਕਰਦਾ, ਠੀਕ ਹੈ। ਹੁਣ ਜਿਹੜਾ ਬਾਕੀ ਬਚਿਆ ਕੰਮ, ਆ ਬਾਕੀ ਬਚਿਆ ਕੰਮ ਆ ਗਿਆ ਆਪਣੇ ਕੋਲ, ਆ ਬਾਕੀ ਬਚਿਆ ਕੰਮ ਆ ਗਿਆ। ਇਹ ਕਿਹਨੇ ਕਰਨਾ, ਇਹ ਕਰਨਾ A ਨੇ। A ਇੱਕ ਦਿਨ ਵਿੱਚ ਇੱਕ ਕੰਮ ਕਰੇਗਾ ਤੇ 24 ਕੰਮ ਨੂੰ 24 ਦਿਨ ਲੱਗਣਗੇ, ਠੀਕ ਹੈ। ਇੱਕ ਦੀ ਕੋਈ ਵੈਲਿਊ ਨਹੀਂ ਹੁੰਦੀ, ਠੀਕ ਹੈ। ਆਪਣੇ ਕੋਲ ਕੀ ਆ ਜਾਏਗਾ 24 ਆਪਣੇ ਕੋਲ ਆਨਸਰ ਆ ਜਾਏਗਾ ਜੋ ਕਿ ਤੁਹਾਨੂੰ ਆਪਸ਼ਨ C ਵਿੱਚ ਦਿੱਤਾ ਹੈ, ਠੀਕ ਹੈ। ਆਪਸ਼ਨ C ਵਿੱਚ ਦਿੱਤਾ ਗਿਆ ਹੈ। ਹੁਣ ਆਪਣਾ 24 ਆਨਸਰ ਆ ਗਿਆ। ਹੁਣ ਇਸ ਕੁਐਸਚਨ ਨੂੰ ਇੱਕ ਵਾਰ ਹੋਰ ਸਮਝ ਲੈਂਦੇ ਆ। ਉਹਨੇ ਕਿਹਾ ਕੀ ਸੀ, ਉਹਨੇ ਕਿਹਾ ਸੀ ਕਿ A ਤੇ B 15 ਦਿਨ ਵਿੱਚ ਕਿਸੇ ਕੰਮ ਨੂੰ ਕਰ ਸਕਦੇ ਨੇ।
ठीक है। तो ਜਿਹੜਾ B है B 30 ਦਿਨਾਂ ਵਿੱਚ ਉਸੇ ਕੰਮ ਨੂੰ ਕਰ ਸਕਦਾ ਹੈ। ਇਹਨਾਂ ਦਾ ਫਿਰ ਐਲਸੀਐਮ ਲਿਆ, ਐਲਸੀਐਮ ਇਹਨਾਂ ਦਾ 30 ਆ ਗਿਆ, ठीक है। तो फिर ਇਹਨਾਂ ਦੀ ਆਪਾਂ A ਤੇ B ਦੀ क्षमता ਕੱਢ ਲਈ, ਇੱਕ ਇੱਕ ਦਿਨ ਦਾ ਇਹਨਾਂ ਦਾ ਕੰਮ ਕੱਢ ਲਿਆ ਕਿ A ਤੇ B ਇੱਕ ਦਿਨ ਵਿੱਚ ਦੋ ਕੰਮ ਕਰਦੇ ਨੇ ਤੇ B ਹੈ ਜਿਹੜਾ ਉਹ ਇਕੱਲਾ ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ ਹੈ। ਫਿਰ ਉਹਨਾਂ ਕੁਐਸਚਨ ਵਿੱਚ ਆਪਾਂ ਨੂੰ ਕਿਹਾ ਸੀ ਕਿ ਜੇ B ਨੇ 6 ਦਿਨ ਕੰਮ ਕੀਤਾ, B ਨੇ 6 ਦਿਨ ਕੰਮ ਕੀਤਾ, ਉਸ ਤੋਂ ਬਾਅਦ ਉਹ ਚਲਾ ਗਿਆ, ठीक है। तो बाकी ਜਿਹੜਾ ਬਚਿਆ ਕੰਮ ਉਹ ਇਹੀ ਕਰੇਗਾ क्योंकि दो ही ਤਾਂ ਵੀ ਨਾ ਆਪਣੇ ਕੋਲ ਪਰਸਨ ਕੰਮ ਕਰਨ ਵਾਲੇ। B ਚਲਾ ਗਿਆ ਤਾਂ ਬਾਕੀ ਇਕੱਲਾ ਇਹ ਰਹਿ ਗਿਆ, ਬਾਕੀ ਵਿਚਾਰੇ ਇਹਨੂੰ ਕੰਮ ਕਰਨਾ ਪੈਣਾ ਹੈ। ਤਾਂ ਉਹਨਾਂ ਹੀ ਆਪਣਾ ਕਿਹਾ ਸੀ ਕਿ ਜਿਹੜਾ B ਨੇ 6 ਦਿਨ ਆਪਾਂ 6 ਦਿਨ B ਨੂੰ ਕੰਮ ਕਰਵਾ ਦਿੱਤਾ, ਉਹ ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ ਹੈ ਤੇ 6 ਦਿਨਾਂ ਵਿੱਚ 6 ਹੀ ਕੰਮ ਕਰੇਗਾ। ਜੇ ਇੱਕ ਦਿਨ ਵਿੱਚ ਇੱਕ ਕੰਮ ਕਰਦਾ ਹੈ ਤੇ 6 ਦਿਨਾਂ ਵਿੱਚ 6 ਹੀ ਕੰਮ ਕਰੇਗਾ। ਟੋਟਲ ਕੰਮ ਆਪਣੇ ਕੋਲ ਕੀ ਹੁੰਦਾ, ਟੋਟਲ ਕੰਮ ਆ 30 ਕੰਮ ਸੀ, ਯਾਨੀ ਕਿ ਕੁੱਲ ਕੰਮ ਇਹਦੇ ਵਿੱਚ 30 ਵਿੱਚੋਂ ਆਪਾਂ 6 ਮਾਈਨਸ ਕੀਤਾ, ਬਾਕੀ ਰਹਿ ਗਿਆ ਆਪਣੇ ਕੋਲ 24 ਕੰਮ। ਹੁਣ ਕਿਹਨੇ ਕਰਨਾ, A ਨੇ ਕਰਨਾ। A ਦਾ ਕੰਮ ਕੱਢਾ ਆਪਾਂ, A ਦੀ क्षमता, A ਤੇ B ਦੋਵਾਂ ਦਾ ਕੰਮ ਹੈ। ਆ ਜਿਹੜਾ ਦੋ A ਤੇ B ਦੋਵਾਂ ਦਾ ਕੰਮ ਹੈ, ਇਹਦੇ ਵਿੱਚ ਇਕੱਲੇ ਆਪਾਂ A ਦਾ ਕੰਮ ਕੱਢਾਂਗੇ। ਜੇ ਆਪਾਂ ਇਕੱਲੇ A ਦਾ ਕੰਮ ਕੱਢਾਂਗੇ ਤਾਂ ਫਿਰ ਆਪਣੇ ਕੋਲ ਜਿਹੜਾ B ਦਾ ਮਾਈਨਸ ਕਰਨਾ ਪੈਣਾ। B ਵੀ ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ, ਦੋ ਵਿੱਚ ਇੱਕ ਮਾਈਨਸ ਕੀਤਾ, ਬਾਕੀ ਵਿੱਚ ਇੱਕ। A ਵੀ ਇੱਕ ਦਿਨ ਵਿੱਚ ਇੱਕ ਹੀ ਕੰਮ ਕਰਦਾ ਤੇ 24 ਕੰਮ 24 ਦਿਨ ਹੀ ਲੱਗਣਗੇ। ਆਪਣਾ ਆਨਸਰ ਆ ਗਿਆ 24। ਹੁਣ ਆਪਾਂ ਚੱਲਦੇ ਨੈਕਸਟ ਕੁਐਸਚਨ ਵਿੱਚ। ਉਮੀਦ ਕਰਦਾ ਤੁਹਾਨੂੰ ਵਧੀਆ ਸਮਝ ਆ ਰਹੀ ਹੋਵੇਗੀ। ਨੈਕਸਟ ਕੁਐਸਚਨ ਵਿੱਚ ਉਹਨਾਂ ਕੀ ਕਿਹਾ ਹੈ, ਉਹਨਾਂ ਕਿਹਾ ਕਿ A ਇੱਕ ਕੰਮ ਨੂੰ 25 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ, B ਉਸੇ ਕੰਮ ਨੂੰ 20 ਦਿਨਾਂ ਵਿੱਚ ਕਰ ਸਕਦਾ ਹੈ। ਜੇ A 10 ਦਿਨਾਂ ਬਾਅਦ ਕੰਮ ਛੱਡ ਦਿੰਦਾ ਹੈ ਤਾਂ ਬਾਕੀ ਜਿਹੜਾ B ਬਾਕੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰੇਗਾ। ਇਹ ਵੀ ਪਹਿਲੇ ਵਾਂਗ ਹੀ ਕੁਐਸਚਨ ਹੈ। ਪਹਿਲਾਂ ਆਪਾਂ ਜਿਵੇਂ ਲਿਖਿਆ ਉਵੇਂ ਜਿਵੇਂ ਕੁਐਸਚਨ ਵਿੱਚ ਆਪਾਂ ਦਿੱਤਾ ਗਿਆ ਉਵੇਂ ਲਿਖ ਲੈਂਦੇ ਹਾਂ। A ਕੀ ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ, A ਕਰਦਾ 25 ਕੰਮ, ਠੀਕ ਹੈ। A 25 ਕੰਮ ਕਰਦਾ ਹੈ ਤੇ ਜਿਹੜਾ B ਹੈ B ਇੱਕ ਦਿਨ ਵਿੱਚ 20, B ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ 20, ਠੀਕ ਹੈ। ਹੁਣ ਪਹਿਲਾਂ ਆਪਾਂ ਇੱਥੋਂ ਤੱਕ ਸੋਲਵ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਆਪਾਂ ਕੁਐਸਚਨ ਵਿੱਚ ਦਿੱਤਾ ਗਿਆ ਉਵੇਂ ਉਸ ਹਿਸਾਬ ਨਾਲ ਆਪਾਂ ਕਰਾਂਗੇ। ਪਹਿਲਾਂ ਇਹਨਾਂ ਕੀ ਕਰਨਾ ਹੈ, ਆਪਾਂ ਐਲਸੀਐਮ ਲੈਣਾ ਹੈ। ਐਲਸੀਐਮ ਤੁਹਾਨੂੰ ਦੱਸਿਆ ਕਿਵੇਂ ਲੈਣਾ ਹੈ। ਇਹਨਾਂ ਵਿੱਚੋਂ ਪਹਿਲਾਂ ਵੱਡੀ ਸੰਖਿਆ ਵੇਖ ਲੈਣੀ, ਠੀਕ ਹੈ। ਵੱਡੀ ਸੰਖਿਆ ਕਿਹੜੀ ਹੈ, ਉਹ ਆਪਣੇ ਕੋਲ 25 ਦਾ ਟੇਬਲ ਪੜ੍ਹਨਾ ਸ਼ੁਰੂ ਕਰ ਦਿਓ। 25 ਦਾ ਟੇਬਲ ਪੜ੍ਹਨਾ ਸ਼ੁਰੂ ਕਰ ਦਿਓ। ਜੀ 25 ਦੇ ਟੇਬਲ ਵਿੱਚ ਉਹ ਟੇਬਲ ਵਿੱਚ ਕਿਹੜਾ ਸੰਖਿਆ ਆਵੇਗੀ, ਠੀਕ ਹੈ, ਜਿਹੜੀ 20 ਨਾਲ ਵੀ ਕੱਟੀ ਜਾਵੇਗੀ। ਹੁਣ 25 ਤੋਂ 50 20 ਤੇ ਕੱਟਿਆ ਜਾ ਰਿਹਾ, ਨਹੀਂ ਕੱਟਿਆ ਜਾ ਰਿਹਾ। 25 ਦੇ 75 ਨਹੀਂ ਕੱਟਿਆ ਜਾ ਰਿਹਾ। 25 ਚੌਕਾ 100 ਹੁਣ ਵੇਖੋ 25 ਨਾਲ ਵੀ ਕੱਟਿਆ ਜਾ ਰਿਹਾ ਤੇ 100 20 ਨਾਲ ਵੀ ਕੱਟਿਆ ਜਾ ਰਿਹਾ। 20 5 100, ਠੀਕ ਹੈ। ਆਪਣਾ ਐਲਸੀਐਮ ਕੀ ਹੋ ਜਾਏਗਾ 100। 25 ਚੌਕਾ 100 20 5 100। ਆ ਹੁਣ ਇਹਨਾਂ ਦੀ क्षमता ਆ ਗਈ। ਆ ਇੱਕ ਦਿਨ ਦੀ क्षमता ਆ ਗਈ, ਯਾਨੀ ਕਿ A ਇੱਕ ਦਿਨ ਵਿੱਚ 4 ਕੰਮ ਕਰਦਾ ਹੈ, B ਇੱਕ ਦਿਨ ਵਿੱਚ 5 ਕੰਮ ਕਰਦਾ ਹੈ, ਠੀਕ ਹੈ। ਹੁਣ ਉਸ ਤੋਂ ਬਾਅਦ ਉਹਨਾਂ ਆਪਣੇ ਕਿਹਾ ਕਿ A ਜਿਹੜਾ A ਹੈ ਇਹ ਕੀ ਕਰਦਾ ਹੈ, ਇਹ 10 ਦਿਨ ਕੰਮ ਕਰਕੇ ਉਸ ਤੋਂ ਬਾਅਦ ਇਹ ਚਲਾ ਜਾਂਦਾ ਹੈ। ਹੁਣ ਇਹ 10 ਦਿਨ ਕਰਦਾ ਹੈ, ਪਹਿਲੇ ਤੇ ਲਿਖ ਲਓ 10, ਠੀਕ ਹੈ। 10 ਗੁਣਾ ਉਹ ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ, ਇੱਕ ਦਿਨ ਵਿੱਚ 4 ਕੰਮ ਕਰਦਾ ਹੈ, ਠੀਕ ਹੈ। 10 ਦਿਨ ਉਹਨੇ ਕੰਮ ਕੀਤਾ, 10 ਦਿਨ ਕੰਮ ਕੀਤਾ ਤੇ ਇੱਕ ਦਿਨ ਵਿੱਚ 4 ਕਰਦਾ ਹੈ, ਤਾਂ ਉਹਨੇ ਕਿੰਨਾ ਕੰਮ ਕਰ ਦਿੱਤਾ, ਉਹਨੇ ਕਰ ਦਿੱਤਾ 40 ਕੰਮ। ਉਹਨੇ 40 ਕੰਮ ਕਰ ਦਿੱਤਾ, A ਨੇ 40 ਕੰਮ ਕਰ ਦਿੱਤਾ। ਤੇ ਆਪਣੇ ਕੋਲ ਜਿਹੜਾ ਕੁੱਲ ਕੰਮ ਹੈ, ਟੋਟਲ ਕੰਮ ਉਹ ਕੀ ਹੁੰਦਾ ਹੈ, ਉਹ ਆਪਾਂ ਜਿਹੜਾ ਐਲਸੀਐਮ ਲਵੀਗਾ ਨਾ, ਇਹ ਆਪਣੇ ਕੋਲ ਕੀ ਹੁੰਦਾ ਹੈ, ਇਹ ਕੁੱਲ ਕੰਮ ਹੁੰਦਾ ਹੈ, ਠੀਕ ਹੈ। ਕੁੱਲ ਕੰਮ ਇਹ ਕੁੱਲ ਕੰਮ ਹੈ 100 ਕੁੱਲ ਕੰਮ ਸੀ ਆਪਣੇ ਕੋਲ। ਉਹਦੇ ਵਿੱਚੋਂ A ਨੇ 40 ਦਾ ਕਰ ਦਿੱਤਾ, 40 ਕਰ ਦਿੱਤਾ, ਠੀਕ ਹੈ। A ਨੇ ਬਾਕੀ ਬਚਿਆ ਆਪਣੇ ਕੋਲ ਕਿੰਨਾ ਕੰਮ 60। ਆ ਕੀ ਹੈ, ਆਪਣੇ ਕੋਲ ਬਾਕੀ ਬਚਿਆ ਕੰਮ ਹੈ, ਆ ਬਾਕੀ ਬਚਿਆ ਕੰਮ ਹੈ। ਹੁਣ ਇਹ ਕੰਮ ਕਿਹਨੇ ਕਰਨਾ ਹੈ, ਤਾਂ ਆਪਾਂ ਨੂੰ ਪਤਾ ਹੀ ਹੈ। ਜੇ A ਨੇ ਇਹ ਕੰਮ ਕਰਕੇ ਛੱਡ ਕੇ ਹੁਣ ਚਲਾ ਗਿਆ ਤਾਂ ਬਾਕੀ ਆਪਾਂ ਨੂੰ ਕੰਮ ਕਰਨ ਵਾਲਾ ਆਪਣੇ ਕੋਲ ਕਿੰਨੇ ਪਰਸੈਂਟ ਸੀ, 2% ਸੀ। ਹੁਣ A ਤਾਂ ਚਲਾ ਗਿਆ, ਬਾਕੀ ਵਿਚਾਰਾ B ਕਰੇਗਾ, ਆ ਕੰਮ ਨੂੰ B ਕਰੇਗਾ। ਤਾਂ B ਦੀ ਜਿਹੜੀ क्षमता ਹੈ, ਇੱਕ ਦਿਨ ਵਿੱਚ B ਕਿੰਨਾ ਕੰਮ ਕਰਦਾ ਹੈ, 5 ਕੰਮ ਕਰਦਾ ਹੈ। ਤੇ ਆਪਣੇ ਕੋਲ ਜਿਹੜਾ ਬਾਕੀ ਬਚਿਆ ਕੰਮ ਕਿੰਨਾ 60, ਇਹ 60 B ਨੇ ਕਰਨਾ। ਤੇ B ਇੱਕ ਦਿਨ ਵਿੱਚ 5 ਕਰਦਾ ਤਾਂ ਆਪਾਂ ਡਿਵਾਈਡ 5 ਨਾਲ ਕਰ ਦਾਂਗੇ। ਜਦੋਂ ਨੂੰ ਕੱਟਾਂਗੇ ਤਾਂ ਆਪਾਂ ਨੂੰ ਕਿੰਨਾ ਆ ਜਾਏਗਾ 12, ਠੀਕ ਹੈ। 12 ਆ ਜਾਏਗਾ ਜੋ ਕਿ ਤੁਹਾਨੂੰ ਆਪਸ਼ਨ B ਵਿੱਚ ਦਿੱਤਾ ਹੈ, ਠੀਕ ਹੈ। ਆਪਸ਼ਨ B ਵਿੱਚ 12 ਕੰਮ ਆ ਗਿਆ ਜੋ ਕਿ ਤੁਹਾਨੂੰ ਆਪਸ਼ਨ B ਵਿੱਚ ਦਿੱਤਾ ਹੈ, ਜੋ ਕਿ ਆਪਣਾ ਬਿਲਕੁਲ ਸਹੀ ਆਨਸਰ ਹੋਵੇਗਾ। ਇਹਨੂੰ ਇੱਕ ਵਾਰ ਹੋਰ ਸਮਝ ਲੈਂਦੇ ਆ। ਆ ਤਾਂ ਆਪਾਂ ਨੂੰ ਸਿੰਪਲ ਹੀ ਦਿੱਤਾ ਸੀ, ਇਹ 25 ਦਿਨਾਂ ਵਿੱਚ ਕੋਈ ਕੰਮ ਕਰ ਸਕਦਾ, B 20 ਦਿਨਾਂ ਵਿੱਚ ਕੰਮ ਕਰ ਸਕਦਾ। ਫਿਰ ਉਹਨਾਂ ਦਾ ਐਲਸੀਐਮ ਲਿਆ, ਫਿਰ ਉਹਨਾਂ ਦੀ ਕੰਪੈਸਿਟੀ क्षमता ਕੱਢੀ, ਠੀਕ ਹੈ।
ਤੇ A ਵੀ ਯਾਨੀ ਕਿ A ਇੱਕ ਦਿਨ ਵਿੱਚ 4 ਕੰਮ ਕਰਦਾ, B ਇੱਕ ਦਿਨ ਵਿੱਚ 5 ਕੰਮ ਕਰਦਾ ਹੈ। ਇੱਥੋਂ ਤੱਕ ਤਾਂ ਤੁਹਾਨੂੰ ਪਹਿਲਾਂ ਆਉਂਦਾ ਹੀ ਸੀ, ਇੱਥੋਂ ਤੱਕ ਤਾਂ ਸਿੰਪਲ ਹੁੰਦਾ ਹੈ। ਜਿਹੜੇ ਕੁਐਸਚਨ ਨੂੰ ਸਮਝਣਾ ਉਹ ਬਾਅਦ ਵਿੱਚ ਸਮਝਣ ਵਾਲੀ ਕੀ ਗੱਲ ਸੀ, ਉਹਦਾ ਕਿਹਾ ਸੀ ਕਿ A 10 ਦਿਨ ਕੰਮ ਕਰਕੇ ਚਲਾ ਜਾਂਦਾ, ਠੀਕ ਹੈ, ਕੰਮ ਨੂੰ ਛੱਡ ਨਹੀਂ ਦਿੰਦਾ ਜਾਂ ਚਲਾ ਜਾਂਦਾ, ਉਹਨੂੰ ਕੋਈ ਕੰਮ ਹੋਰ ਪੈ ਜਾਂਦਾ, ਜਦੋਂ ਕੋਈ ਵਧੀਆ ਕੰਮ ਮਿਲ ਜਾਂਦਾ ਤਾਂ ਹੀ ਉਹ ਨਿਕਲ ਜਾਂਦਾ, ਠੀਕ ਹੈ। ਉਹ ਉਹਨੇ ਨਿਕਲ ਗਿਆ ਤੇ ਉਸ ਤੋਂ ਬਾਅਦ ਵਿਚਾਰਾ B ਫਸ ਗਿਆ, B ਇਕੱਲਾ ਰਹਿ ਗਿਆ। ਹੁਣ ਜਿਹੜਾ ਬਾਕੀ ਕੰਮ ਸੀ, ਬਾਕੀ ਆਪਣੇ ਕੁੱਲ ਕੰਮ ਆਪਣੇ ਨੂੰ 60 ਆ ਗਿਆ। ਇਹਨੇ 10 ਦਿਨ ਕੰਮ ਕੀਤਾ, ਇੱਕ ਦਿਨ ਵਿੱਚ 4 ਕੰਮ ਕਰਦਾ ਹੈ, ਠੀਕ ਹੈ। ਜਿਵੇਂ ਕੋਈ ਕੰਧ ਹੈ, ਠੀਕ, ਇੱਕ ਦਿਨ ਵਿੱਚ ਉਹ ਕੰਧ ਉਹਨੇ ਬਣਾਣੀ ਹੈ, ਇੱਕ ਦਿਨ ਵਿੱਚ ਕੰਧ ਦੀਆਂ 4 ਇੱਟਾਂ ਲਾਦਾ ਹੈ, ਠੀਕ ਹੈ। ਟੋਟਲ ਕੰਧ ਤੇ ਇੱਟਾਂ ਕਿੰਨੇ ਲਾਣੀਆਂ ਨੇ, ਟੋਟਲ ਆਪਾਂ ਕੰਧ ਵਿੱਚ 100 ਇੱਟਾਂ ਲਾਣੀਆਂ ਨੇ, ਤੇ ਜਿਹੜਾ A ਹੈ ਉਹ ਇੱਕ ਦਿਨ ਵਿੱਚ 4 ਇੱਟਾਂ ਲਾ ਦਿੰਦਾ, ਠੀਕ ਹੈ। ਇੱਕ ਦਿਨ ਵਿੱਚ 4 ਇੱਟਾਂ ਲਾਦਾ, ਉਹਨੇ 10 ਦਿਨ ਕੰਮ ਕੀਤਾ, 10 ਦਿਨ ਕੰਮ ਕੀਤਾ ਤਾਂ 10 ਦਿਨਾਂ ਵਿੱਚੋਂ ਫਿਰ ਕਿੰਨੀਆਂ ਇੱਟਾਂ ਲਾ ਦੇਵੇਗਾ, ਇੱਕ ਦਿਨ ਵਿੱਚ 4 ਲਾ ਲਿਆ, 10 ਦਿਨ ਉਹਨੇ ਕੰਮ ਕੀਤਾ, 40 ਇੱਟਾਂ ਲਾ ਦਿੱਤੀਆਂ, 100 ਵਿੱਚੋਂ ਉਹਨੇ 40 ਇੱਟਾਂ ਲਾ ਦਿੱਤੀਆਂ, ਬਾਕੀ ਕਿੰਨੀਆਂ ਬਚੀਆਂ, ਬਾਕੀ ਆਪਣੇ 60 ਇੱਟਾਂ ਰਹਿ ਗਈ ਕੰਧ ਨੂੰ ਕੰਪਲੀਟ ਕਰਨ ਵਿੱਚ, ਠੀਕ ਹੈ। ਬਾਕੀ ਜਿਹੜੇ 60 ਇੱਟਾਂ ਕੌਣ ਲਾਵੇਗਾ, ਉਹ ਜਿਹੜਾ B ਲਾਵੇਗਾ। B ਇੱਕ ਦਿਨ ਵਿੱਚ 5 ਇੱਟਾਂ ਲਾਦਾ ਹੈ, ਤੇ ਜਿਹੜੇ 60 ਇੱਟਾਂ ਉਹ ਕਿੰਨੇ ਦਿਨਾਂ ਵਿੱਚ ਲਾ ਦੇਵੇਗਾ, ਜਦੋਂ ਆਪਾਂ 5 ਨਾਲ ਡਿਵਾਈਡ ਕਰਾਂਗੇ 60 ਨੂੰ ਤਾਂ ਉਹ 12 ਦਿਨਾਂ ਵਿੱਚ, ਬਾਕੀ 12 ਦਿਨਾਂ ਵਿੱਚ 20 ਇੱਟਾਂ ਲਾ ਦੇਗਾ, ਠੀਕ ਹੈ, ਸਾਰੇ ਕੰਧ ਕੰਪਲੀਟ ਹੋ ਜਾਵੇਗੀ। ਤਾਂ ਹੁਣ ਉਮੀਦ ਕਰਦਾ ਤੁਹਾਨੂੰ ਇਹਦੀ ਸਮਝ ਆ ਗਈ ਹੋਵੇਗੀ। ਤਾਂ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਵਿੱਚ, ਕੁਐਸਚਨ ਨੰਬਰ 3 ਵਿੱਚ। ਕੁਐਸਚਨ ਨੰਬਰ 3 ਵਿੱਚ ਉਹਨਾਂ ਕੀ ਦਿੱਤਾ ਹੈ, ਉਹਨਾਂ ਕਿਹਾ ਹੈ ਕਿ A ਇੱਕ ਕੰਮ ਨੂੰ 50 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ ਅਤੇ B ਉਸੇ ਕੰਮ ਨੂੰ 100 ਦਿਨਾਂ ਵਿੱਚ ਕਰ ਸਕਦਾ ਹੈ। ਜੇ A 30 ਦਿਨਾਂ ਬਾਅਦ ਕੰਮ ਛੱਡ ਦਿੰਦਾ ਹੈ ਤਾਂ ਬਾਕੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰੇਗਾ, ਜਿਹੜਾ ਬਾਕੀ B ਹੁਣ ਫਿਰ A ਛੱਡ ਕੇ ਨਿਕਲ ਗਿਆ, ਠੀਕ ਹੈ। A ਨੂੰ ਪਤਾ ਕੀ ਬਿਮਾਰੀ, B ਨੂੰ ਵਿਚਾਰ ਕੱਲੇ ਛੱਡ ਜਾਂਦਾ ਹੈ, ਤਾਂ ਹੁਣ ਆਪਾਂ ਚਲੋ ਕੋਈ ਨਾ, A ਕੀ ਕਰਦਾ 50 ਦਿਨਾਂ ਵਿੱਚ, A 50 ਦਿਨਾਂ ਵਿੱਚ ਕਰਦਾ ਹੈ, B ਉਸੇ ਕੰਮ ਨੂੰ 100 ਦਿਨਾਂ ਵਿੱਚ, B 100 ਦਿਨਾਂ ਵਿੱਚ। ਇੱਥੋਂ ਤੋਂ ਬਸ ਉਸ ਤੋਂ ਅੱਗੇ ਸਿੰਪਲ ਹੀ ਹੁੰਦਾ ਹੈ, ਕੀ ਕਰਨਾ ਇਹਨਾਂ ਦਾ ਐਲਸੀਐਮ ਲੈਣਾ, ਐਲਸੀਐਮ ਆ ਜਾਏਗਾ 100, 50 ਦੂਣੀ 100, 100 ਏਕਮ 100, ਠੀਕ ਹੈ। ਆਹ ਇਹਨਾਂ ਦੀ ਸ਼ਮਤਾ ਆ ਗਈ। ਹੁਣ ਇਹਨਾਂ ਤਾਂ ਦੱਸਣ ਦੀ ਲੋੜ ਨਹੀਂ, ਕਿਉਂਕਿ ਪਹਿਲਾਂ ਜਿਹੜੇ 2 ਕੁਐਸਚਨ ਆਪਾਂ ਵਧੀਆ 2-2 ਵਾਰੀ ਸਮਝ ਲੈਣੇ। ਹੁਣ ਜੇ ਆਪਾਂ 4 ਵਾਰੀ ਇੱਕ ਕੁਐਸਚਨ ਸਮਝ ਸਕਦੇ ਹਾਂ ਤਾਂ ਬਸ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ। ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਉਹਨੇ ਕਿਹਾ ਕਿ A ਨੇ 30 ਦਿਨ ਕੰਮ ਕੀਤਾ, A ਇੱਕ ਦਿਨ ਵਿੱਚ 2 ਕੰਮ ਕਰਦਾ ਹੈ ਤੇ 30 ਦਿਨਾਂ ਵਿੱਚ ਕਿੰਨਾ ਕੰਮ ਕਰ ਜਾਏਗਾ, 30 ਦੂਣਾ ਕਿੰਨਾ ਹੋ ਗਿਆ 60, 100 ਵਿੱਚੋਂ ਉਹਨੇ 60 ਕੰਮ ਤਾਂ ਕਰ ਦਿੱਤਾ A ਨੇ, ਬਾਕੀ ਕਿੰਨਾ ਬਚਾ 40, ਬਾਕੀ 40 ਬਚਾ ਤੇ 40 ਕੰਮ ਹੈ ਜਿਹੜਾ ਉਹ ਕੌਣ ਕਰੇਗਾ, ਉਹ B ਕਰੇਗਾ। B ਇੱਕ ਦਿਨ ਵਿੱਚ ਕਿੰਨਾ ਕੰਮ ਕਰਦਾ ਹੈ, ਇੱਕ ਹੀ ਕੰਮ ਕਰਦਾ, ਇੱਕ ਨੇ ਜਦੋਂ ਡਿਵਾਈਡ ਕਰਾਂਗੇ ਤਾਂ ਕਿੰਨਾ ਆ ਜਾਏਗਾ ਆਪਣੇ ਕੋਲ 40, 40 ਆਪਣਾ ਆਨਸਰ ਆ ਜਾਏਗਾ, ਠੀਕ ਹੈ, ਜੋ ਕਿ ਤੁਹਾਨੂੰ ਆਪਸ਼ਨ A ਵਿੱਚ ਦਿੱਤਾ ਗਿਆ। 40 ਕੰਮ ਆ ਗਿਆ, ਸਿੰਪਲ ਹੀ ਸੀ। ਉਹਨੇ A ਤੇ B ਦੀ ਜਿਹੜੀ ਕੰਮ ਕਰਨ ਦੀ ਆਪਣੀ ਸ਼ਮਤਾ ਦੇ ਦਿੱਤੀ ਕਿ B ਇੱਕ ਦਿਨ ਵਿੱਚ 50 ਕਰਦਾ, B ਇੱਕ ਦਿਨ ਵਿੱਚ 100 ਕਰਦਾ, ਫਿਰ ਉਹਦਾ ਐਲਸੀਐਮ ਲਿਆ 50 ਦੂਣੀ 100, 100 ਏਕਮ 100, ਆਉਣ ਦੀ ਸ਼ਮਤਾ ਆ ਗਈ, ਠੀਕ ਹੈ। ਉਹਨੇ ਕਿਹਾ ਸੀ ਜਿਹੜਾ A ਹੈ 30 ਦਿਨ ਕੰਮ ਕਰਕੇ ਨਿਕਲ ਜਾਂਦਾ, ਠੀਕ ਹੈ, 30 ਦਿਨ ਕੰਮ ਕੀਤਾ, ਇੱਕ ਦਿਨ ਵਿੱਚ 2 ਕਰਦਾ, 30 ਦਿਨਾਂ ਵਿੱਚ ਕਿੰਨਾ ਕਰੇਗਾ 60 ਕੰਮ ਕਰ ਦਿੱਤਾ, ਟੋਟਲ ਕੰਮ ਆਪਣੇ ਕੋਲ 100 ਸੀ, 100 ਵਿੱਚ 60 ਕੰਮ ਤਾਂ ਹੋ ਗਿਆ, ਬਾਕੀ ਕੰਮ ਕਿੰਨਾ ਬਚਾ 40, 40 ਕੰਮ ਕਿੰਨੇ ਕਰਨਾ, B ਕਰੇਗਾ ਵਿਚਾਰਾ। B ਇੱਕ ਦਿਨ ਵਿੱਚ ਇੱਕ ਕੰਮ ਕਰਦਾ ਤੇ 40 ਕੰਮ ਕਰਨ ਵਿੱਚ ਉਹਨੂੰ 40 ਦਿਨ ਹੀ ਲੱਗ ਜਾਣਗੇ। ਬਸ ਆਨਸਰ ਸੀ। ਹੁਣ ਆਪਾਂ ਚੱਲਦੇ ਨੈਕਸਟ ਕੁਐਸਚਨ ਵਿੱਚ। ਨੈਕਸਟ ਕੁਐਸਚਨ ਵਿੱਚ ਆਪਣਾ ਕੀ ਦਿੱਤਾ ਗਿਆ, ਉਹਨਾਂ ਕਿਹਾ ਹੈ ਕਿ A ਇੱਕ ਕੰਮ ਨੂੰ 16 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ ਅਤੇ B ਉਸੇ ਕੰਮ ਨੂੰ 32 ਦਿਨਾਂ ਵਿੱਚ ਕਰ ਸਕਦਾ ਹੈ। ਜੇ B 8 ਦਿਨਾਂ ਬਾਅਦ ਕੰਮ ਛੱਡ ਦਿੰਦਾ ਹੈ ਤਾਂ A ਬਾਕੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰੇਗਾ। ਹੁਣ ਫਿਰ ਉਹਦੇ ਨਾਲ ਦੇ ਕੁਐਸਚਨ ਆ ਗਿਆ। ਹੁਣ ਜਿਹੜੇ ਅੱਜ ਦੇ ਆਪਾਂ ਕੁਐਸਚਨ ਕਰ ਰਹੇ ਇੱਕੋ ਟਾਈਪ ਦੇ ਕੁਐਸਚਨ ਆ ਰਹੇ ਹਨ, ਠੀਕ ਹੈ। ਇਹ ਟਾਈਪ ਹੈ ਤੁਹਾਡੀ ਹੁਣ ਬੜੀ ਵਧੀਆ ਤਰੀਕੇ ਨਾਲ ਕਲੀਅਰ ਹੋ ਜਾਵੇਗੀ, ਠੀਕ ਹੈ, ਤੇ ਤੁਹਾਡੀ ਨਾਲ ਦੀ ਨਾਲ ਪ੍ਰੈਕਟਿਸ ਵੀ ਹੁੰਦੀ ਜਾਂਦੀ ਕਿਉਂਕਿ ਸੇਮ ਹੀ ਕੁਐਸਚਨ ਆ ਰਹੇ ਹਨ। ਉਹਨੇ ਕਿਹਾ ਕਿ A ਇੱਕ ਕੰਮ ਨੂੰ 16 ਦਿਨਾਂ ਵਿੱਚ ਪੂਰਾ ਕਰ ਸਕਦਾ ਹੈ, A ਇੱਕ ਕੰਮ ਨੂੰ 16 ਦਿਨਾਂ ਵਿੱਚ, ਠੀਕ ਹੈ। ਤੇ ਜਿਹੜਾ B ਹੈ, B ਫਿਰ ਉਸ ਕੰਮ ਨੂੰ ਕਿੰਨੇ 32 ਦਿਨਾਂ ਵਿੱਚ, 32 ਦਿਨਾਂ ਵਿੱਚ ਫਿਰ ਆਪਣੇ 2 ਹੀ ਪਰਸਨ ਨੇ। ਉਹਨਾਂ ਕਹੇ ਜੇ B 8 ਦਿਨਾਂ ਬਾਅਦ ਕੰਮ ਛੱਡ ਦਿੰਦਾ ਹੈ, ਹੁਣ ਜਿਹੜਾ A ਦਾ ਸਾਥ B ਛੱਡ ਦੇਵੇਗਾ, ਪਹਿਲਾਂ ਇਹਨਾਂ ਦਾ ਐਲਸੀਐਮ ਲੈ ਲਓ,
एलसीएम सौखा ही है 32 एलसीएम आ जाएगा क्योंकि 32 के टेबल में भी 32 आ रहा है, 16 के टेबल में भी 32 आ रहा है। इन्हां दा एलसीएम कितना आ जाएगा 32, 16 दूना 32, 32 एकम 32। ठीक है, हुण जिहड़ा अपना कुल काम आ गया, आ गया कुल काम। ठीक है, ते आ जिहड़ी की आ गई क्षमता आ गई, यानी कि ए एक दिन विच 2 काम करदा, बी एक दिन विच 1 काम करदा। हुण इन्हां क्वेश्चन विच कहा कि बी 8 दिन काम करके छੱਡ दिंदा है। 8 दिन बी एक दिन विच कितना काम करदा है, 1 काम करदा है। ठीक है, ते 8 दिनां विच कितना काम करेगा, 1 नाल गुणा कर, क्योंकि एक दिन विच 1 ही काम करदा है। तो उन्हें 8 काम कर दिता। हुण जदों 32 विचों आपां 8 माइनस कर दांगे तो कितना आ जाएगा, अपने को आ जाएगा 24। ठीक है, अपने को काम की आ जाएगा, बाकी बचा काम आ जाएगा 24। हुण ये बाकी बचा काम कौन करेगा, बी तो छड्ड के निकल गया, उस तो बाद बाकी जेड़ा ए कर रहा है ए ही करेगा, बाकी का काम ए करेगा। ए एक दिन में कितना काम करता है, 2 काम करता है। ठीक है, तो 2 नाल अपन जदों डिवाइड करेंगे 24 नु तो कितना आ जाएगा 12। 12 अपना आंसर आ जाएगा जो तुहानू ऑप्शन सी विच दिता गया। ठीक है, ऑप्शन सी विच तुहाडा 12 बिल्कुल सही आंसर है। सेम ही क्वेश्चन सी उहदे नाल हुण समझाउण दी लोड़ ही नहीं। हुण आपां सीधा नैक्सट क्वेश्चन विच चलदे हां। नेक्स्ट विच क्वेश्चन विच उन्हें की किया, उन्हें कहा कि भी जेडे अपने 5 नंबर क्वेश्चन है, उन्हें कहा कि एक काम नू 21 दिनों विच पूरा कर सकता है, बी उस काम नू 28 दिनों विच कर सकता है। जे बी 16 दिनों बाद काम छड्ड दिंदा है तो ए बाकी बचा कितने दिनों विच पूरा करेगा। ये भी उन्हें दे नाल दा सेम ही क्वेश्चन है। ए एक दिन विच 21 काम कर सकता है, ए कोई काम है वो 21 दिनों विच पूरा करता है। ठीक है, 21 दिनों विच पूरा कर सकता है। जेड़ा बी है वो 28 दिनों विच, सॉरी बी कितने दिनों विच 28, बी 28 दिनों विच पूरा कर सकता है। तो हुण उन्हें की कहा है, उन्हें कहा कि जे बी 15 दिनों बाद काम छड्ड के दिंदा है तो जेड़ा बाकी बचा काम ए कितने दिनों विच। हुण फिर बी छड्ड के चला गया। हुण इन्हां दा एलसीएम ले लो। एलसीएम किवें लैणा, 28 का टेबल हुण जे 28 का टेबल तो तुहानू की जाना। ठीक है, 28 का टेबल 28 28 28 दूना 56। ठीक है, चल आपां सिंपल तरह टेबल कर, जदों तुहानू ना पता लगे एलसीएम किवें लैणा, फिर तुसीं जिवें छोटे हुंदे आपां करीदा सी ना 21 ते 28, इन्हां दा एलसीएम 7 3 21, 7 चौका 28। ठीक है, 4 3 कितना हो गया 12। ठीक है, 4 3 12, 12 7 कितना हो गया 84। इन्हां दा एलसीएम कितना हो गया 84। ठीक है, 21 चौका 84, 21 चौका 84, 28 3 84, 28 3 84। आ उन्होंने लिखी आ गई क्षमता आ गई, यानी कि ए एक दिन विच 4 काम करता है तो बी एक दिन विच कितना काम करता है 3 काम करता है। बी एक दिन विच 3 काम करता है। तो हुण उन्होंने की किया, जेड़ा बी है बी 16 दिन बाद काम छड्ड दिंदा है। बी 16 दिन बाद काम छड्ड दिंदा, यानी कि 16 दिन तक काम कीता बी ने। बी एक दिन विच कितना काम करता है 16 का एक दिन सॉरी 3 काम करता है। ठीक है, 16 दिन उन्हें काम किया तो उन्हें टोटल काम कितना कर दिता 16 3 48। ठीक है, 48 काम कर दिता। 84 अपने को कुल काम है, उनके विचों अपना 48 माइनस करांगे। ठीक है, 14 14 चो 8 गया, कितना हो गया 6, बाकी 7 4 गए 3, 36 काम रह गया। ये अपने को बाकी बचा काम है। ठीक है, बाकी बचा काम है तो ये उन्हें कौन करेगा, बी छड्ड देंदा, उस तो कल्ला ए रह जांदा, ए काम करेगा। ए कितना करता है, बाकी 36 काम है। ए एक दिन विच कितना काम करता है, ए एक दिन विच 4 काम करता है। 4 नाल डिवाइड कर दो, 4 9 36, ये अपना आंसर आ जाएगा 9। ठीक है, जो कि तुहानू ऑप्शन डी विच दिता गया। ऑप्शन डी विच दिता गया 9 दिन। ठीक है, 9 दिन ये अपना बिल्कुल सही आंसर होगा। इन्हें जो समझने की लोड़ ही नहीं, बस मेन एलसीएम ही लेना सी। एलसीएम तुहानू कह दे कि टेबल तुहानू ना आंदा, वड्डी रकम का टेबल ना आंदा होवे, जेकर सौखा होवे 25 का टेबल, 15 का, 30 का। ठीक है, ये तो टेबल सौखे होंदे ने, ये टेबल तो आपां आराम नाल कर लैंदे आ। ये जिवें एवें दा टेबल आ जावे 28 का, 29 का, 37 का, किसी का भी। ठीक है, तो वो टेबल तुसीं की करना, टेबल ना आंदा होवे फिर तुसीं एवें तरह एलसीएम ले लेना हुंदा। ठीक है, एवें तरह एलसीएम ले लेना, जिवें 7 ते कटे जा रहे हैं, 7 ते 21, 7 चौका 28, फिर इन्हां नूं तुसीं गुणा कर दो, 4 3 12, 4 3 12, 12 7 84। ठीक है, आपने 83 एलसीएम आ गया। उस तो बाद इन्हां दा तुहानू पता ही 21 चौका 84,
21 ਕਮ 21 21 2 42 21 ਤੇ 63 21 ਚੌਕੇ 84 ਠੀਕ 21 ਚੌਕੇ 84 28 30 83 ਜੇਕਰ 21 4 ਤੋਂ 4 ਤੇ 28 ਜਿਹੜਾ 21 ਨਾਲ 28 ਵੱਡਾ ਹੈ ਠੀਕ ਹੈ 7 ਵੱਡਾ ਤੇ ਇਹਦਾ ਮਤਲਬ ਇੱਥੇ 4 ਇੱਥੇ 3 ਆਵੇਗਾ ਕਿਉਂਕਿ 3 ਦੇ ਟੇਬਲ ਤੇ ਜਾਵੇਗਾ ਕਿਉਂਕਿ ਆ ਵੱਡਾ ਹੈ ਨਾ। ਤਾਂ ਹੁਣ ਆਪਣੀ ਦੋਸਤੋ ਇੱਥੇ ਵੀਡੀਓ ਕੰਪਲੀਟ ਹੁੰਦੀ ਹੈ। ਉਮੀਦ ਕਰਦਾ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਸਮਝ ਆ ਗਈ ਹੋਵੇਗੀ। ਆਪਾਂ ਇੱਕ ਹੀ ਟਾਈਪ ਦੇ ਕੁਐਸਚਨ ਕੀਤੇ ਸੀ ਤਾਂ ਉਹ ਟਾਈਪ ਜਿਹੜੀ ਆਪਣੀ ਅੱਜ ਦੀ ਜਿਹੜੀ ਵਧੀਆ ਕਲੀਅਰ ਹੋ ਗਈ ਸਾਰੀ ਆਪਣੀ ਕੋਈ ਵੀ ਡਾਊਟ ਨਹੀਂ ਰਹਿ ਜਾਵੇਗਾ। ਜੇਕਰ ਤੁਹਾਨੂੰ ਕੁਐਸਚਨ ਵਿੱਚ ਐਵੇਂ ਦਾ ਕੁਐਸਚਨ ਆ ਜਾਵੇ ਕਿ A ਤੇ B ਵਿੱਚ ਦੋਨਾਂ ਵਿੱਚ ਕੋਈ ਵੀ ਇੱਕ ਕੰਮ ਛੱਡ ਕੇ ਚਲਾ ਜਾਂਦਾ ਤੇ ਜਿਹੜਾ ਬਾਕੀ ਬਚੇ ਕੰਮ ਦੂਜੇ ਵਿਅਕਤੀ ਨੂੰ ਕਰਨਾ ਪੈਂਦਾ ਤਾਂ ਐਵੇਂ ਦਾ ਕੁਐਸਚਨ ਤੁਹਾਨੂੰ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਹੁਣ ਤੁਹਾਨੂੰ ਦਿੱਕਤ ਆਵੇਗੀ ਐਵੇਂ ਦੇ ਕੁਐਸਚਨ ਵਿੱਚ ਤੁਸੀਂ ਆਰਾਮ ਨਾਲ 15 ਤੋਂ 20 ਸੈਕਿੰਡ ਵਿੱਚ ਕਰ ਲਓਗੇ ਠੀਕ ਹੈ। ਤਾਂ ਹੁਣ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਹੈ ਹੈਲਪਫੁਲ ਲੱਗੀ ਹੈ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਹੈ। ਤਾਂ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਉਹਨਾਂ ਟਾਈਮ ਲਈ ਬਾਏ ਬਾਏ, ਟੇਕ ਕੇਅਰ।